ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਮਾਨ ਚੰਦ ਤੋਂ ਵਿਦਿਆ ਹੋ ਕੇ ਮੁਲਤਾਨ ਸ਼ਹਿਰ ਜਿੱਥੇ ਸ਼ਮਸ ਤਬਰੇਜ਼ ਰਹਿੰਦਾ ਸੀ ਉੱਥੇ ਜਾ ਬੈਠੇ। ਮੁਲਤਾਨ ਦੇ ਪੀਰਾਂ ਨੂੰ ਜਦ ਖਬਰ ਹੋਈ ਕਿ ਇਹਨਾਂ ਨੇ ਸਾਰੇ ਅਸਥਾਨਾਂ ਤੇ ਜਿੱਥੇ ਵੀ ਗਏ ਹਨ ਵਿਜੇ ਪਾਈ ਹੈ ਅਤੇ ਕਾਬੇ ਨੂੰ ਇਹਨਾਂ ਨੇ ਆਪਣੇ ਚਰਨਾਂ ਨਾਲ ਫੇਰਿਆ ਸੀ, ਚਰਚਾ ਨਾਲ ਇਹਨਾਂ ਅੱਗੇ ਕੋਈ ਅੜ ਨਹੀਂ ਸਕਦਾ, ਇਹ ਬੜੇ ਸ਼ਕਤੀਵਾਨ ਹਨ, ਇਹਨਾਂ ਨੂੰ ਬੇਨਤੀ ਕਰਕੇ ਵਿਦਿਆ ਕਰ ਦੇਣਾ ਚੰਗਾ ਹੈ। ਇਹ ਵਿਚਾਰ ਕਰਕੇ ਦੁੱਧ ਦਾ ਕਟੋਰਾ ਭਰ ਕੇ ਪੀਰ ਗੁਰੂ ਜੀ ਪਾਸ ਲੈ ਆਏ, ਜਿਸ ਦਾ ਮਨੋਰਥ ਗੁਰੂ ਜੀ ਨੂੰ ਇਹ ਸਮਝਾਉਣਾ ਸੀ ਕਿ ਮੁਲਤਾਨ ਪੀਰਾਂ ਨਾਲ ਭਰਪੂਰ ਹੈ, ਇੱਥੇ ਆਪ ਜੀ ਦੀ ਸਮਾਈ ਨਹੀਂ ਹੈ। ਜਦ ਪੀਰਾਂ ਨੇ ਕਟੋਰਾ ਗੁਰੂ ਜੀ ਅੱਗੇ ਲਿਆ ਰੱਖਿਆ ਤਾਂ ਆਪ ਜੀ ਉਹਨਾਂ ਦਾ ਭਾਵ ਸਮਝ ਕੇ ਚੰਬੇਲੀ ਦਾ ਇੱਕ ਫੁੱਲ ਦੁੱਧ ਦੇ ਉੱਤੇ ਰੱਖ ਦਿੱਤਾ। ਚੰਬੇਲੀ ਦਾ ਫੁੱਲ ਦੁੱਧ ਉੱਤੇ ਤਰਦਾ ਰਿਹਾ ਤੇ ਦੁੱਧ ਜਿਉਂ ਦਾ ਤਿਉਂ ਹੀ ਟਿਕਿਆ ਰਿਹਾ। ਇਸ ਤੋਂ ਗੁਰੂ ਜੀ ਨੇ ਪੀਰਾਂ ਨੂੰ ਇਹ ਸਮਝਾਇਆ ਕਿ ਜਿਸ ਤਰ੍ਹਾਂ ਇਹ ਫੁੱਲ ਦੁੱਧ ਉੱਤੇ ਸਮਾ ਗਿਆ ਹੈ, ਇਸੇ ਤਰ੍ਹਾਂ ਹੀ ਅਸੀਂ ਪੀਰੀਪੁਰ ਮੁਲਤਾਨ ਵਿੱਚ ਸਮਾ ਜਾਵਾਂਗੇ, ਸਾਡੇ ਟਿਕਣ ਨਾਲ ਕੋਈ ਹਲਚਲ ਨਹੀਂ ਹੋਵੇਗੀ। ਪੀਰਾਂ ਨੇ ਜਦ ਇਹ ਸੁਝਾਅ ਵੇਖਿਆ ਤਾਂ ਉਹ ਬਹੁਤ ਪ੍ਰਸੰਨ ਹੋਏ। ਸਭ ਤੋਂ ਪਹਿਲਾਂ ਸ਼ਮਸ ਨੇ ਬੜੀ ਸ਼ਰਧਾ ਨਾਲ ਆਪ ਤੋਂ ਪੁੱਛਿਆ ਕਿ ਮੈਂ ਮਨ ਨੂੰ ਮਾਰਨ ਵਾਸਤੇ ਬੜੇ ਕਠਿਨ ਤਪ ਕਰਕੇ ਸੁੱਕ ਕੇ ਲੱਕੜ ਵਾਂਗ ਹੋ ਗਿਆ ਹਾਂ, ਪਰ ਮਨ ਇੱਕ ਛਿਨ ਨਹੀਂ ਠਹਿਰਦਾ, ਇਸ ਨੂੰ ਮਾਰਨ ਦਾ ਕੀ ਤਰੀਕਾ ਹੈ, ਮੈਨੂੰ ਸਮਝਾਓ। ਗੁਰੂ ਜੀ ਨੇ ਕਿਹਾ ਕਿ ਵਰਮੀ ਨੂੰ ਮਾਰਨ ਨਾਲ ਸੱਪ ਨਹੀਂ ਮਰਦਾ, ਸੱਪ ਮੰਤਰਾਂ ਨਾਲ ਵਸ ਹੁੰਦਾ ਹੈ, ਇਸ ਨੂੰ ਵਸ ਕਰਨ ਦਾ ਹੋਰ ਕੋਈ ਸਾਧਨ ਨਹੀਂ ਹੈ। ਜਪ ਤਪ ਕਰਨ ਨਾਲ ਮਨ ਵਸ ਨਹੀਂ ਹੁੰਦਾ, ਸਗੋਂ ਮਾਨ ਵਡਿਆਈ ਚਾਹੁੰਦਾ ਹੈ ਤੇ ਹੰਕਾਰੀ ਹੋ ਜਾਂਦਾ ਹੈ। ਸਤਿਗੁਰੂ ਦੇ ਉਪਦੇਸ਼ ਦਾ ਗ੍ਰਹਿਣ ਕਰਨਾ ਮਨ ਰੂਪੀ ਸੱਪ ਨੂੰ ਵਸ ਕਰਨ ਦਾ ਮੰਤਰ ਹੈ, ਹੋਰ ਕੋਈ ਉਪਾਅ ਨਹੀਂ ਹੈ। ਸ਼ਮਸ ਨੇ ਪੁੱਛਿਆ, ਜੀ ਉਹ ਸ਼ਬਦ ਉਪਦੇਸ਼ ਕਿਹੜਾ ਹੈ? ਗੁਰੂ ਜੀ ਨੇ ਦੱਸਿਆ ਕਿ ਜਗਤ ਨੂੰ ਮਿਰਗ ਤ੍ਰਿਸ਼ਨਾ ਦੇ ਪਾਣੀ ਵਾਂਗ ਝੂਠਾ ਨਿਸ਼ਚੇ ਕਰਨਾ ਤੇ ਜਗਤ ਨੂੰ ਝੂਠਾ ਜਾਣ ਕਰਕੇ ਉਸ ਦਾ ਕੋਈ ਸੰਕਲਪ ਨਾ ਕਰੀਏ, ਇਸ ਉਪਦੇਸ਼ ਨੂੰ ਧਾਰਨ ਕਰਕੇ ਮਨ ਨੂੰ ਜਿੱਤਿਆ ਜਾਂਦਾ ਹੈ। ਉਪਰੰਤ ਇੱਕ ਪੀਰ ਬਹਾਵਲ ਹੱਕ ਨੇ ਕਿਹਾ, ਨਾਨਕ ਜੀ ਤੁਸੀਂ ਮਾਇਆ ਨੂੰ ਝੂਠ ਦੱਸਦੇ ਹੋ, ਪਰ ਉਸ ਤੋਂ ਬਿਨਾਂ ਜਗਤ ਦਾ ਕੋਈ ਕੰਮ ਪੂਰਾ ਨਹੀਂ ਹੁੰਦਾ। ਗੁਰੂ ਜੀ ਨੇ ਦੱਸਿਆ, ਜਿਵੇਂ ਮਾਇਆ ਝੂਠੀ ਹੈ ਤਿਵੇਂ ਇਸ ਦੇ ਵਿਹਾਰ ਝੂਠੇ ਹਨ। ਜਿਸ ਤਰ੍ਹਾਂ ਸੁਪਨੇ ਵਿੱਚ ਕੋਈ ਬੇੜੀ ਤੇ ਚੜ੍ਹ ਕੇ ਨਦੀ ਤੋਂ ਪਾਰ ਹੋਣਾ ਚਾਹੇ ਤਾਂ ਇੱਕ ਟਕਾ ਦੇ ਕੇ ਪਾਰ ਲੰਘ ਜਾਂਦਾ ਹੈ, ਪਰ ਸੁਪਨੇ ਦੀ ਨਦੀ ਤੇ ਟਕਾ ਦੋਵੇਂ ਹੀ ਝੂਠ ਹਨ। ਤਿਵੇਂ ਹੀ ਮਾਇਆ ਦੇ ਵਿਹਾਰ ਸਮਝ ਲਵੋ। ਪਰਮੇਸ਼ਰ ਸਦਾ ਹੀ ਸੱਚ ਹੈ, ਉਸ ਦਾ ਸੱਚਾ ਨਾਮ ਸਦਾ ਹੀ ਮਨ ਵਿੱਚ ਵਸਾਓ। ਫਿਰ ਰੁਕਨਦੀਨ ਨੇ ਪੁੱਛਿਆ ਕਿ ਸੰਤਾਂ ਦੇ ਕੀ ਲੱਛਣ ਹੁੰਦੇ ਹਨ? ਗੁਰੂ ਜੀ ਨੇ ਕਿਹਾ, ਸੰਤਾਂ ਦੀ ਪਹਿਲੀ ਗੱਲ ਇਹ ਹੈ ਕਿ ਪਰਾਏ ਗੁਣ ਸੁਣ ਕੇ ਪ੍ਰਸੰਨ ਹੁੰਦੇ ਹਨ ਅਤੇ ਗੁਣਵਾਨਾਂ ਦੀ ਸੇਵਾ ਕਰਦੇ ਹਨ, ਆਤਮ ਗਿਆਨ ਨੂੰ ਸਦਾ ਵਿਚਾਰਦੇ ਰਹਿੰਦੇ ਹਨ, ਪਰਾਈ ਇਸਤਰੀ ਨੂੰ ਬੁਰੀ ਨਜ਼ਰ ਨਾਲ ਨਹੀਂ ਵੇਖਦੇ, ਬੁਰਿਆਰ ਪੁਰਸ਼ਾਂ ਦੀ ਸੰਗਤ ਨਹੀਂ ਕਰਦੇ, ਆਪਣੇ ਜ਼ੋਰ ਦਾ ਕਿਸੇ ਉੱਤੇ ਦਬਾਅ ਨਹੀਂ ਪਾਉਂਦੇ, ਵੈਰੀ ਮਿੱਤਰ ਨੂੰ ਇੱਕੋ ਜਿਹਾ ਜਾਣਦੇ ਹਨ, ਸੋਗ ਹਰਖ ਤੇ ਆਦਰ ਨਿਰਾਦਰ ਨੂੰ ਇੱਕਸਾਰ ਜਾਣਦੇ ਹਨ, ਰਾਤ ਦਿਨ ਪਰਮੇਸ਼ਰ ਦੇ ਗੁਣ ਗਾਉਂਦੇ ਰਹਿੰਦੇ ਹਨ ਅਤੇ ਨਾਮ ਵਿੱਚ ਹੀ ਸਾਰੀ ਆਯੂ ਬਤੀਤ ਕਰਦੇ ਹਨ। ਇਸ ਪ੍ਰਕਾਰ ਬਚਨ ਸੁਣ ਕੇ ਸਾਰੇ ਪੀਰਾਂ ਨੇ ਆਪ ਜੀ ਨੂੰ ਨਮਸਕਾਰ ਕੀਤੀ ਅਤੇ ਕਿਹਾ, ਆਪ ਧੰਨ ਹੋ ਜਿਨ੍ਹਾਂ ਨੇ ਕਲਯੁੱਗ ਦੇ ਲੋਕਾਂ ਨੂੰ ਉਪਦੇਸ਼ ਦੇ ਕੇ ਕਰੋੜਾਂ ਦਾ ਉਦਾਰ ਕੀਤਾ ਹੈ। ਫਕੀਰੀ ਇਸ ਦਾ ਹੀ ਨਾਮ ਹੈ ਜੋ ਤੁਸਾਂ ਨੇ ਕੀਤੀ ਹੈ। ਇਸ ਤਰ੍ਹਾਂ ਦੀ ਤਪੱਸਿਆ ਉਹ ਹੈ ਜਿਹੜੀ ਫਰੀਦ ਜੀ ਨੇ ਕੀਤੀ ਸੀ, ਸਤ ਉਹ ਹੈ ਜਿਹੜਾ ਸੀਤਾ ਜੀ ਨੇ ਕੀਤਾ ਸੀ, ਜਤ ਲਛਮਣ ਦਾ ਹੈ, ਭਗਤੀ ਉਹ ਹੈ ਜਿਹੜੀ ਕਬੀਰ ਜੀ ਨੇ ਕੀਤੀ ਸੀ, ਤੇ ਜੋਗ ਉਹ ਜਿਹੜਾ ਗੋਰਖ ਨੇ ਕੀਤਾ ਸੀ, ਤਿਆਗ ਉਹ ਜਿਹੜਾ ਭਰਥਰੀ ਨੇ ਕੀਤਾ, ਤੇ ਤਪ ਉਹ ਜਿਹੜਾ ਰਾਜਾ ਜਨਕ ਨੇ ਕੀਤਾ, ਯੁੱਧ ਉਹ ਜਿਹੜਾ ਭਗਵਾਨ ਨੇ ਕੀਤਾ, ਵਿਛੋੜਾ ਉਹ ਜਿਹੜਾ ਰਾਮਚੰਦਰ ਨੇ ਕੀਤਾ, ਸੰਨਿਆਸ ਦੱਤ ਨੇ ਕੀਤਾ, ਹੱਟ ਉਹ ਜਿਹੜਾ ਧਰੂ ਨੇ ਕੀਤਾ, ਤੇ ਗ੍ਰਸਤ ਉਹ ਜਿਹੜਾ ਅਧਮ ਵਲੀ ਨੇ ਕੀਤਾ। ਇਹ ਕਥਨ ਕਰਕੇ ਪੀਰਾਂ ਨੇ ਆਪ ਜੀ ਨੂੰ ਬਾਰੰਬਾਰ ਨਮਸਕਾਰਾਂ ਕੀਤੀਆਂ ਤੇ ਕਿਹਾ ਕਿ ਸਾਨੂੰ ਵੀ ਉਪਦੇਸ਼ ਦਿਓ ਜਿਸ ਨਾਲ ਉੱਤਮ ਗਤ ਪ੍ਰਾਪਤ ਹੋਵੇ। ਗੁਰੂ ਜੀ ਨੇ ਕਿਹਾ, ਪਰਮੇਸ਼ਰ ਦਾ ਨਾਮ ਜਪੋ, ਸੰਤਾਂ ਦੀ ਸੰਗਤ ਕਰੋ, ਮਨ ਵਿੱਚ ਪਰਮਾਤਮਾ ਦਾ ਭੈ ਰੱਖੋ, ਜਿਸ ਨਾਲ ਮਨ ਵਿੱਚ ਵਿਸ਼ੇ ਵਿਕਾਰਾਂ ਦੇ ਸੰਕਲਪ ਨਹੀਂ ਉੱਠਦੇ। ਇਹ ਉਪਦੇਸ਼ ਸੁਣ ਕੇ ਸਾਰੇ ਪੀਰਾਂ ਨੇ ਖੜੇ ਹੋ ਕੇ ਨਮਸਕਾਰ ਕੀਤੀ ਅਤੇ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਕਿਹਾ। ਇਹਨਾਂ ਪੀਰਾਂ ਤੋਂ ਵਿਦਾ ਹੋ ਕੇ ਜਦ ਹੌਲੀ ਹੌਲੀ ਗੁਰੂ ਜੀ ਤੁਰ ਪਏ ਤਾਂ ਭਾਈ ਬਾਲੇ ਨੇ ਪੁੱਛਿਆ, ਮਹਾਰਾਜ ਜੀ ਇਹਨਾਂ ਪੀਰਾਂ ਵਿੱਚੋਂ ਵੱਡਾ ਕਿਹੜਾ ਹੈ?
ਗੁਰੂ ਜੀ ਨੇ ਕਿਹਾ, ਸ਼ਮਸ ਤਬਰੇਜ਼ ਇਹਨਾਂ ਸਾਰਿਆਂ ਤੋਂ ਸ਼੍ਰੋਮਣੀ ਹੈ। ਇਸ ਦਾ ਪ੍ਰਸੰਗ ਇਸ ਪ੍ਰਕਾਰ ਹੈ ਕਿ ਰੂਮ ਵਿੱਚ ਇੱਕ ਪੈਂਜਾ ਮਨਸੂਰ ਰਹਿੰਦਾ ਸੀ। ਉਸ ਦਾ ਕੋਈ ਪੁੱਜਿਆ ਹੋਇਆ ਸੰਤ ਮਿਲਿਆ ਜਿਸ ਨੇ ਇਸ ਦੀ ਸਾਰੀ ਜੀਵ ਭਾਵਨਾ ਨਾਸ਼ ਕਰ ਦਿੱਤੀ, ਜਿਸ ਕਰਕੇ ਮਨਸੂਰ ਆਪਣੇ ਆਪ ਨੂੰ ਅਨਲ ਹੱਕ ਕਿ ਮੈਂ ਖੁਦਾ ਹਾਂ ਇਹ ਕਹਿਣ ਲੱਗਾ। ਉਸ ਸ਼ਹਿਰ ਵਿੱਚ ਇੱਕ ਮੁਲਾਣਾ ਰਹਿੰਦਾ ਸੀ। ਉਸਨੇ ਮਨਸੂਰ ਨੂੰ ਇਹ ਗੱਲ ਕਹਿਣ ਤੋਂ ਬਹੁਤ ਰੋਕਿਆ ਅਤੇ ਮੌਤ ਦਾ ਡਰ ਵੀ ਦਿੱਤਾ, ਪਰ ਮਨਸੂਰ ਆਪਣੀ ਗੱਲ ਤੋਂ ਨਾ ਟਲਿਆ। ਮੁਲਾਣਿਆਂ ਨੇ ਉਸ ਨੂੰ ਬਾਦਸ਼ਾਹ ਪਾਸ ਸ਼ਿਕਾਇਤ ਕਰਕੇ ਫੜਾ ਦਿੱਤਾ ਤੇ ਬਾਦਸ਼ਾਹ ਨੇ ਉਸ ਨੂੰ ਕਾਫਰ ਆ ਕੇ ਸੂਲੀ ਤੇ ਚਾੜ ਦਿੱਤਾ। ਮਨਸੂਰ ਸੂਲੀ ਉੱਤੇ ਚੜ ਕੇ ਅੰਤਮ ਸਵਾਸਾਂ ਤੱਕ ਨਿਰਭੈ ਹੋ ਕੇ ਅਨਲ ਹੱਕ ਬੋਲਦਾ ਰਿਹਾ। ਉਸ ਦੇ ਸਰੀਰ ਦੇ ਲਹੂ ਦੀਆਂ ਬੂੰਦਾਂ ਜਿਹੜੀਆਂ ਧਰਤੀ ਤੇ ਡਿੱਗੀਆਂ ਉਹ ਵੀ ਅਨਲ ਹੱਕ ਦਾ ਸ਼ਬਦ ਬੋਲਣ ਲੱਗੀਆਂ। ਮੁਲਾਣੇ ਇਹ ਕੌਤਕ ਵੇਖ ਕੇ ਬੜੇ ਅਚੰਭਾ ਹੋਏ ਅਤੇ ਉਸ ਦੇ ਮ੍ਰਿਤਕ ਸਰੀਰ ਨੂੰ ਸਾੜ ਦਿੱਤਾ। ਉਸ ਦੇ ਸਰੀਰ ਦੀ ਸੁਆਹ ਵੀ ਅਨਲ ਹੱਕ ਹੀ ਕਹਿੰਦੀ। ਮੁਲਾਣੇ ਨੇ ਉਹ ਸਾਰੀ ਸੁਆਹ ਇਕੱਠੀ ਕਰਕੇ ਇੱਕ ਸ਼ੀਸ਼ੇ ਦੇ ਬਰਤਨ ਵਿੱਚ ਪਾ ਕੇ ਉਸ ਦਾ ਮੂੰਹ ਬੰਦ ਕਰਕੇ ਆਪਣੇ ਘਰ ਵਿੱਚ ਉਸ ਨੂੰ ਕੈਦ ਕਰਕੇ ਰੱਖ ਲਿਆ ਕਿ ਇਸ ਵਿੱਚੋਂ ਅਨਲ ਹੱਕ ਦੀ ਆਵਾਜ਼ ਨਾ ਆਵੇ। ਜਦ ਕੁਝ ਸਮਾਂ ਇਸ ਤਰ੍ਹਾਂ ਬੀਤ ਗਿਆ ਤਾਂ ਮੁਲਾਣੇ ਦੀ ਇੱਕ ਕੁਆਰੀ ਲੜਕੀ ਨੇ ਉਸ ਬਰਤਨ ਦਾ ਮੂੰਹ ਖੋਲ ਉਸ ਨੂੰ ਸੁੰਘ ਕੇ ਜਦ ਸੁਗੰਧੀ ਰਹਿਤ ਵੇਖਿਆ ਤਾਂ ਫਿਰ ਉਸਨੇ ਸਵਾਦ ਵੇਖਣ ਵਾਸਤੇ ਚੁਟਕੀ ਭਰ ਕੇ ਆਪਣੇ ਮੂੰਹ ਵਿੱਚ ਪਾ ਲਈ ਤੇ ਉਸਨੇ ਵੇਖਿਆ ਇਸ ਦਾ ਸਵਾਦ ਕੋਈ ਨਹੀਂ ਹੈ ਤੇ ਸੁਗੰਧੀ ਵੀ ਨਹੀਂ ਹੈ। ਇਹ ਕੀ ਚੀਜ਼ ਹੈ? ਪਿਤਾ ਨੇ ਇਹ ਬੇਅਰਥ ਹੀ ਘਰ ਲਿਆ ਰੱਖੀ ਹੈ, ਕਿਸੇ ਕੰਮ ਦੀ ਚੀਜ਼ ਨਹੀਂ ਜਾਪਦੀ। ਇਸ ਸਵਾਦ ਦੇ ਚਖਣ ਦੇ ਅਸਰ ਨਾਲ ਕੁੜੀ ਨੂੰ ਹਮਲ ਠਹਿਰ ਗਿਆ। ਜਦ ਲੜਕੀ ਦੇ ਹਮਲ ਦਾ ਪਤਾ ਉਸ ਦੇ ਪਿਤਾ ਨੂੰ ਲੱਗਾ ਤਾਂ ਉਸਨੇ ਲੜਕੀ ਨੂੰ ਖੂਟਾ ਕਰਮ ਕਰਨ ਵਾਲੀ ਸਮਝ ਕੇ ਮਾਰ ਦੇਣਾ ਚਾਹਿਆ, ਪਰ ਰਾਜ ਦੰਡ ਤੋਂ ਡਰ ਕੇ ਮਾਰਨ ਦੀ ਥਾਂ ਉਸ ਨੂੰ ਘਰ ਅੰਦਰ ਕੈਦ ਕਰ ਦਿੱਤਾ। 9 ਮਹੀਨੇ ਉਪਰੰਤ ਜਦ ਉਸ ਨੂੰ ਲੜਕਾ ਪੈਦਾ ਹੋਇਆ ਤਾਂ ਮੁਲਾਣੇ ਨੇ ਉਸ ਨੂੰ ਮਟਕੇ ਵਿੱਚ ਬੰਦ ਕਰਕੇ ਨਦੀ ਵਿੱਚ ਰੋੜ ਦਿੱਤਾ। ਮਟਕਾ ਰੁੜਿਆ ਜਾਂਦਾ ਧੋਬੀ ਨੇ ਵੇਖ ਕੇ ਫੜ ਲਿਆ ਤੇ ਖੋਲ ਕੇ ਉਸ ਵਿੱਚ ਲੜਕਾ ਵੇਖ ਕੇ ਬੜਾ ਪ੍ਰਸੰਨ ਹੋਇਆ। ਧੋਬੀ ਨੇ ਉਸ ਨੂੰ ਘਰ ਲਿਆ ਕੇ ਨਾਮ ਸ਼ਮਸ ਤਬਰੇਜ਼ ਰੱਖਿਆ ਅਤੇ ਬੜੇ ਪਿਆਰ ਨਾਲ ਪਾਲਣਾ ਕੀਤੀ। ਜਦ ਸ਼ਮਸ ਤਬਰੇਜ਼ ਵੱਡਾ ਹੋਇਆ ਤਾਂ ਧੋਬੀ ਨੇ ਉਸ ਨੂੰ ਉਸ ਮੁੱਲਾ ਪਾਸ ਹੀ ਪੜ੍ਹਨੇ ਪਾ ਦਿੱਤਾ। ਇੱਕ ਦਿਨ ਸ਼ਮਸ ਤਬਰੇਜ਼ ਨੇ ਸਾਰੇ ਮੁੰਡਿਆਂ ਦੀਆਂ ਕਿਤਾਬਾਂ ਚੁੱਕ ਕੇ ਪਾਣੀ ਦੇ ਚੁਬੱਚੇ ਵਿੱਚ ਸੁੱਟ ਦਿੱਤੀਆਂ। ਮੁੰਡਿਆਂ ਨੇ ਮੁਲਾਣੇ ਨੂੰ ਦੱਸਿਆ ਤਾਂ ਉਸਨੇ ਜਦ ਸਾਰੀਆਂ ਕਿਤਾਬਾਂ ਚੁਬੱਚੇ ਵਿੱਚੋਂ ਕਢਾਈਆਂ ਤਾਂ ਉਹ ਸਾਰੀਆਂ ਸੁੱਕੀਆਂ ਨਿਕਲੀਆਂ। ਮੁਲਾਣਾ ਬੜਾ ਹੈਰਾਨ ਹੋਇਆ ਅਤੇ ਸ਼ਮਸ ਨੂੰ ਸ਼ਕਤੀਵਾਨ ਜਾਣ ਕੇ ਉਸ ਦੇ ਪੈਰੀ ਪੈ ਗਿਆ ਅਤੇ ਕਿਹਾ, ਮੈਨੂੰ ਵੀ ਖੁਦਾ ਦਾ ਰਾਹ ਦੱਸੋ। ਸ਼ਮਸ ਨੇ ਕਿਹਾ, ਜੇ ਤੇਰੀ ਇੱਛਾ ਹੈ ਤਾਂ ਮੇਰੀ ਇੱਕ ਗੱਲ ਮੰਨ ਕੇ ਮੈਨੂੰ ਇੱਕ ਬੋਤਲ ਸ਼ਰਾਬ ਦੀ ਪਿਆ ਕੇ ਆਪਣੀ ਲੜਕੀ ਮੇਰੇ ਨਾਲ ਲੰਮੀ ਪਾ ਦਿਓ। ਉਸ ਦੀ ਗੱਲ ਸੁਣ ਕੇ ਮੁਲਾਣਾ ਉਸ ਨੂੰ ਘਰ ਲੈ ਗਿਆ ਅਤੇ ਸ਼ਰਾਬ ਦੀ ਬੋਤਲ ਤੇ ਆਪਣੀ ਲੜਕੀ ਨੂੰ ਉਸ ਦੇ ਨਾਲ ਅੰਦਰ ਵਾੜ ਕੇ ਬਾਹਰੋਂ ਜੰਦਰਾ ਮਾਰ ਦਿੱਤਾ। ਤਦ ਅੰਦਰ ਬੈਠ ਕੇ ਸ਼ਮਸ ਨੇ ਆਪਣੀ ਉਸ ਮਾਤਾ ਨੂੰ ਸਾਰੀ ਗੱਲ ਸੁਣਾਈ ਅਤੇ ਕਿਹਾ ਕਿ ਮੇਰਾ ਜਨਮ ਤੁਹਾਡੇ ਗਰਭ ਤੋਂ ਹੋਇਆ ਸੀ, ਪਰ ਮੈਂ ਤੁਹਾਡਾ ਦੁੱਧ ਨਹੀਂ ਪੀ ਸਕਿਆ। ਹੁਣ ਮੈਂ ਆਪਣੀ ਮਾਂ ਦਾ ਦੁੱਧ ਪੀਣ ਆਇਆ ਹਾਂ। ਲੜਕੀ ਇਹ ਗੱਲ ਸੁਣ ਕੇ ਸਮਝ ਗਈ ਕਿ ਇਹ ਠੀਕ ਕਹਿੰਦਾ ਹੈ, ਕਿਉਂਕਿ ਮੇਰਾ ਬਾਪ ਮੇਰੇ ਜੰਮੇ ਬਾਲ ਨੂੰ ਨਦੀ ਵਿੱਚ ਰੋੜ ਆਇਆ ਸੀ ਤੇ ਉੱਥੋਂ ਕਿਸੇ ਨੇ ਫੜ ਕੇ ਪਾਲ ਲਿਆ ਹੋਵੇਗਾ। ਇਸ ਤਰ੍ਹਾਂ ਉਸ ਦੇ ਥਣਾ ਵਿੱਚੋਂ ਦੁੱਧ ਉੱਤਰ ਆਇਆ ਤੇ ਸ਼ਮਸ ਨੇ ਦੁੱਧ ਚੁੰਘ ਕੇ ਕਿਹਾ, ਮੈਂ ਹੁਣ ਬਾਹਰ ਜਾਂਦਾ ਹਾਂ। ਜਦ ਤੇਰਾ ਪਿਤਾ ਪੁੱਛੇ ਤਾਂ ਉਸ ਨੂੰ ਦੱਸ ਦੇਣਾ ਕਿ ਹੁਣ ਉਹ ਬਾਹਰ ਅਮਕੀ ਜਗ੍ਹਾ ਤੇ ਗਿਆ ਹੈ। ਜੇ ਕੁਝ ਪੁੱਛਣਾ ਚਾਹੇ ਤਾਂ ਉੱਥੇ ਚਲਿਆ ਜਾ। ਮੁੱਲਾ ਨੇ ਜਦ ਸਵੇਰੇ ਜੰਦਰਾ ਖੋਲ ਕੇ ਅੰਦਰ ਵੇਖਿਆ ਤਾਂ ਸ਼ਮਸ ਨੂੰ ਉੱਥੇ ਨਾ ਵੇਖ ਕੇ ਲੜਕੀ ਤੋਂ ਪੁੱਛਿਆ, ਉਹ ਕਿੱਥੇ ਹੈ? ਤਦ ਲੜਕੀ ਨੇ ਰਾਤ ਦੀ ਸਾਰੀ ਵਾਰਤਾ ਸੁਣਾਈ ਅਤੇ ਦੱਸਿਆ ਕਿ ਹੁਣ ਉਹ ਸ਼ਹਿਰ ਤੋਂ ਬਾਹਰ ਬੈਠਾ ਹੈ। ਮੁੱਲਾ ਝਟਪਟ ਹੀ ਸ਼ਮਸ ਪਾਸ ਪਹੁੰਚ ਕੇ ਉਸ ਦੇ ਪੈਰੀ ਪੈ ਗਿਆ। ਤਦ ਸ਼ਮਸ ਨੇ ਉਸ ਨੂੰ ਖੁਦਾ ਨੂੰ ਮਿਲਣ ਦਾ ਉਪਦੇਸ਼ ਦਿੱਤਾ ਤੇ ਆਪ ਉੱਥੋਂ ਉੱਠ ਕੇ ਕਿਸੇ ਹੋਰ ਜਗ੍ਹਾ ਚਲਿਆ ਗਿਆ। ਜਦ ਕੁਝ ਸਮਾਂ ਬੀਤ ਗਿਆ ਤਾਂ ਉੱਥੋਂ ਦੇ ਰਾਜੇ ਦਾ ਪੁੱਤਰ ਮਰ ਗਿਆ। ਉਸਨੇ ਸਾਰੇ ਮੁਲਾਣੇ ਤੇ ਫਕੀਰ ਫੜ ਕੇ ਉਹਨਾਂ ਨੂੰ ਕਿਹਾ ਕਿ ਕਿਤਾਬਾਂ ਵਿੱਚ ਲਿਖਿਆ ਹੈ ਕਿ ਈਸੇ ਨੇ ਕਿਹਾ ਸੀ ਕਿ ਮੈਂ ਖੁਦਾ ਦੇ ਹੁਕਮ ਨਾਲ ਮੁਰਦੇ ਜਿਉਂਦਾ ਕਰਦਾ ਹਾਂ, ਪਰ ਅੱਗੇ ਜਗਤ ਵਿੱਚ ਐਸੇ ਹੋਣਗੇ ਜੋ ਆਪਣੇ ਹੁਕਮ ਨਾਲ ਹੀ ਮੁਰਦੇ ਜਿੰਦਾ ਕਰਨਗੇ। ਇਸ ਆਪਣੇ ਪੈਗੰਬਰ ਦੇ ਲਿਖੇ ਨੂੰ ਚੰਗੀ ਤਰ੍ਹਾਂ ਵਿਚਾਰ ਕੇ ਮੇਰੇ ਲੜਕੇ ਨੂੰ ਜਿਉਂਦਾ ਕਰ ਦਿਓ, ਨਹੀਂ ਤਾਂ ਸਾਰੇ ਇਕੱਠੇ ਹੋ ਕੇ ਇਹ ਐਲਾਨ ਕਰੋ ਕਿ ਪੈਗੰਬਰ ਨੇ ਇਹ ਝੂਠ ਲਿਖਿਆ ਹੈ। ਰਾਜੇ ਦਾ ਇਹ ਹੁਕਮ ਸੁਣ ਕੇ ਕਿਸੇ ਨੇ ਇਹ ਗੱਲ ਨਾ ਆਖੀ
ਕਿ ਸਾਡਾ ਪੈਗੰਬਰ ਝੂਠ ਲਿਖ ਗਿਆ ਹੈ ਤੇ ਸਾਰੇ ਕੈਦ ਵਿੱਚ ਬੰਦ ਰਹੇ। ਇੱਕ ਦਿਨ ਸ਼ਮਸ ਉੱਥੇ ਚਲਿਆ ਗਿਆ। ਸਭਨਾਂ ਮੁਲਾਣਿਆਂ ਨੇ ਮਿਲ ਕੇ ਉਸ ਨੂੰ ਆਖਿਆ ਕਿ ਸਾਨੂੰ ਕੈਦ ਵਿੱਚੋਂ ਛੁਡਾਓ। ਸ਼ਮਸ ਨੇ ਕਿਹਾ ਕਿ ਲੜਕੇ ਨੂੰ ਮੈਂ ਜਵਾ ਦਿੰਦਾ ਹਾਂ, ਪਰ ਫਿਰ ਤੁਸਾਂ ਹੀ ਮੈਨੂੰ ਦੁੱਖ ਦੇਣਾ ਹੈ। ਜਦ ਸਾਰਿਆਂ ਨੂੰ ਹੱਥ ਜੋੜ ਕੇ ਕਿਹਾ ਕਿ ਅਸੀਂ ਤੈਨੂੰ ਕਦੇ ਦੁੱਖ ਨਹੀਂ ਦੇਵਾਂਗੇ, ਤੂੰ ਇਸ ਲੜਕੇ ਨੂੰ ਜਿਵਾ ਕੇ ਸਾਨੂੰ ਕੈਦ ਵਿੱਚੋਂ ਛੁਡਾ। ਤਦ ਸ਼ਮਸ ਨੇ ਇਹ ਗੱਲ ਸੁਣ ਕੇ ਬਾਦਸ਼ਾਹ ਦੇ ਲੜਕੇ ਮੁਰਦੇ ਪਾਸ ਜਾ ਕੇ ਕਿਹਾ, ਮੇਰੇ ਹੁਕਮ ਨਾਲ ਜਿੱਦਾ ਹੋ ਜਾ। ਸ਼ਮਸ ਦਾ ਇਹ ਵਾਕ ਸੁਣ ਕੇ ਬਾਦਸ਼ਾਹ ਦਾ ਲੜਕਾ ਉੱਠ ਬੈਠਾ ਤੇ ਬਾਦਸ਼ਾਹ ਨੇ ਪ੍ਰਸੰਨ ਹੋ ਕੇ ਸਾਰੇ ਮੁਲਾਣੇ ਛੱਡ ਦਿੱਤੇ। ਉਪਰੰਤ ਇਕੱਠੇ ਹੋ ਕੇ ਕਹਿਣ ਲੱਗੇ ਕਿ ਇਸ ਸ਼ਖਸ ਨੇ ਇਸ ਸ਼ਰਅ ਵਿਰੁੱਧ ਕੰਮ ਕੀਤਾ ਹੈ। ਜੋ ਇਸ ਨੇ ਕਿਹਾ ਹੈ ਕਿ ਮੇਰੇ ਹੁਕਮ ਨਾਲ ਜਿੰਦਾ ਹੋ ਜਾ, ਇਸ ਨੇ ਖੁਦਾ ਦੇ ਹੁਕਮ ਨਾਲ ਜਿੰਦਾ ਹੋ ਜਾ ਨਹੀਂ ਆਖਿਆ। ਇਸ ਨੂੰ ਦੰਡ ਮਿਲਣਾ ਚਾਹੀਦਾ ਹੈ। ਇਹ ਸਲਾਹ ਕਰਕੇ ਸਾਰਿਆਂ ਨੇ ਸ਼ਮਸ ਨੂੰ ਫੜ ਕੇ ਕਿਹਾ ਕਿ ਤੂੰ ਸ਼ਰਅ ਦੇ ਉਲਟ ਕੰਮ ਕੀਤਾ ਹੈ, ਇਸ ਕਰਕੇ ਸ਼ਰਅ ਦੇ ਹੁਕਮ ਅਨੁਸਾਰ ਤੇਰੀ ਜਿਉਂਦੇ ਦੀ ਖਾਲੀ ਉਤਾਰੀ ਜਾਏਗੀ। ਉਪਰੰਤ ਬਾਦਸ਼ਾਹ ਦੇ ਹੁਕਮ ਨਾਲ ਸ਼ਮਸ ਦੀ ਖੱਲ ਉਤਾਰ ਕੇ ਉਸ ਨੂੰ ਛੱਡ ਦਿੱਤਾ ਗਿਆ। ਉਸ ਦੇ ਸਰੀਰ ਵਿੱਚੋਂ ਲਹੂ ਪਾਕ ਵਗਦਾ ਰਹਿੰਦਾ, ਜਿਸ ਉੱਤੇ ਮੱਖੀਆਂ ਬੈਠੀਆਂ ਭੀਂ ਭੀਂ ਕਰਦੀਆਂ ਰਹਿੰਦੀਆਂ। ਤੇ ਇਸ ਤਰ੍ਹਾਂ ਉਸ ਦੀ ਬੁਰੀ ਹਾਲਤ ਵੇਖ ਕੇ ਕੋਈ ਉਸ ਨੂੰ ਆਪਣੇ ਪਾਸ ਨਾ ਬੈਠਣ ਦਿੰਦਾ। ਦੁਖੀ ਹੋ ਕੇ ਸ਼ਮਸ ਉੱਥੋਂ ਚੱਲ ਕੇ ਮੁਲਤਾਨ ਵਿੱਚ ਆ ਗਿਆ। ਉਸ ਨੇ ਇੱਕ ਮੱਛੀ ਮੰਗ ਕੇ ਲਈ, ਪਰ ਉਸ ਨੂੰ ਕੋਈ ਭੁੰਨਣ ਨਾ ਦੇਵੇ। ਤਦ ਸ਼ਮਸ ਨੇ ਸੂਰਜ ਨੂੰ ਕਿਹਾ, ਤੇਰਾ ਤੇ ਮੇਰਾ ਇੱਕ ਨਾਮ ਹੈ, ਇਸ ਕਰਕੇ ਤੂੰ ਮੇਰਾ ਇੱਕ ਕੰਮ ਕਰ ਕਿ ਨੀਵਾਂ ਹੋ ਕੇ ਮੇਰੀ ਇਹ ਮੱਛੀ ਭੁੰਨ ਦੇ, ਮੈਂ ਕਈ ਦਿਨਾਂ ਦਾ ਭੁੱਖਾ ਹਾਂ। ਸ਼ਮਸ ਦੇ ਕਹਿਣ ਨਾਲ ਸੂਰਜ ਨੀਵਾਂ ਹੋਇਆ, ਜਿਸ ਦੀ ਗਰਮੀ ਨਾਲ ਲੋਕ ਸੜਨ ਲੱਗੇ ਅਤੇ ਬਹੁਤ ਵਿਆਕੁਲ ਹੋ ਕੇ ਸ਼ਮਸ ਪਾਸ ਆਏ ਅਤੇ ਬਾਣੀ ਕਰਕੇ ਉਸ ਦੇ ਚੇਲੇ ਹੋ ਕੇ ਉਸ ਦੀ ਹਰ ਪ੍ਰਕਾਰ ਸੇਵਾ ਕਰਨ ਲੱਗੇ। ਇਸ ਤਰ੍ਹਾਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਭਾਈ ਬਾਲੇ ਨੂੰ ਸ਼ਮਸ ਤਬਰੇਜ਼ ਦਾ ਪ੍ਰਸੰਗ ਸੁਣਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।